सत श्री अकाल, स्वागत है गौरव शुक्ला। मैं हाँ तुहाडे नाल हाज़र हाँ 6 बजे दियां 6 वड्डियां खबरां लैके। ਅਸੀਂ कोशिश करांगे हुण तक दियां पूरे दिन दियां 6 वड्डियां खबरां तुहाडे तक पहुंचा सकीए और 6वीं खबर उस तो बाद 5वीं, चौथी, तीजी, दूजी ते फिर पहली यानी कि दिन दी सब तो वड्डी खबर शुरुआत करन जा रहे हैं। सब तो पहला गल संगरूर जिमनी चोणां दी होवेगी और वड्डी खबर तुहाडी टीवी स्क्रीन दे उत्ते आएगी। ਤਾਂ 6 ਵਜੇ ਦੀਆਂ 6 ਵੱਡੀਆਂ ਖਬਰਾਂ ਦੇ ਵਿੱਚੋਂ 6ਵੀਂ ਵੱਡੀ ਖਬਰ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਨੇ ਆਪਣੀ ਨਾਮਜ਼ਦਗੀ ਦਾਖਲ ਕਰ ਦਿੱਤੀ ਹੈ। ਕਾਗਜ਼ ਭਰਨ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਹਨਾਂ ਦੇ ਨਾਲ ਮੌਜੂਦ ਰਹੇ। 23 ਤਰੀਕ ਨੂੰ ਵੋਟਾਂ ਪੈਣ ਜਾ ਰਹੀਆਂ ਨੇ। ਸੋਮਵਾਰ ਨੂੰ ਨਾਮਜ਼ਦਗੀ ਦਾ ਆਖਰੀ ਦਿਨ ਹੈ ਔਰ ਆਮ ਆਦਮੀ ਪਾਰਟੀ ਨੇ ਇੱਕ ਦਿਨ ਪਹਿਲਾਂ ਹੀ ਆਪਣਾ ਉਮੀਦਵਾਰ ਐਲਾਨਿਆ ਸੀ ਤੇ ਗੁਰਮੇਲ ਸਿੰਘ ਦੇ ਵੱਲੋਂ ਹੁਣ ਨੋਮੀਨੇਸ਼ਨ ਆਪਣੀ ਫਾਈਲ ਕਰ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਗੁਰਮੇਲ ਸਿੰਘ ਸੰਗਰੂਰ ਜ਼ਿਲ੍ਹੇ ਦੇ ਇੰਚਾਰਜ ਆਮ ਆਦਮੀ ਪਾਰਟੀ ਦੇ ਨੇ। ਭਗਵੰਤ ਮਾਨ ਦੇ ਬੇहद ਕਰੀਬੀ ਕਹੇ ਜਾਂਦੇ ਨੇ ਔਰ ਤਾਂ ਦੋ ਤਸਵੀਰਾਂ ਤੁਹਾਡੇ ਸਾਹਮਣੇ ਨੇ ਸੰਗਰੂਰ ਜ਼ਿਮਨੀ ਚੋਣਾਂ ਨੂੰ ਲੈ ਕੇ ਇਸ ਸਮੇਂ ਹਲਚਲ ਵਧਦੀ ਹੋਈ ਨਜ਼ਰ ਆ ਰਹੀ ਹੈ। ਇੱਕ ਪਾਸੇ ਗੁਰਮੇਲ ਸਿੰਘ ਨੇ ਕਾਗਜ਼ ਭਰੇ ਨੇ ਤਾਂ ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਵੀ ਆਪਣੀ ਨੋਮੀਨੇਸ਼ਨ ਫਾਈਲ ਕਰ ਦਿੱਤੀ ਗਈ ਹੈ ਔਰ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਇੱਕ ਦਿਨ ਪਹਿਲਾਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਸੁਖਬੀਰ ਸਿੰਘ ਬਾਦਲ ਨੇ ਕੀਤੀ ਸੀ ਤਾਂ ਕਿ ਇੱਕ ਸਾਂਝਾ ਉਮੀਦਵਾਰ ਦਿੱਤਾ ਜਾ ਸਕੇ ਤੇ ਇਸ ਵਿਚਾਲੇ ਸਿਮਰਨਜੀਤ ਸਿੰਘ ਮਾਨ ਨਾਲ ਮੁਲਾਕਾਤ ਤਾਂ ਹੋਈ ਪਰ ਮਾਨ ਨੇ ਅਗਲੇ ਦਿਨ ਯਾਨੀ ਕਿ ਅੱਜ ਆਪਣੀ ਨੋਮੀਨੇਸ਼ਨ ਫਾਈਲ ਕਰ ਦਿੱਤੀ ਹੈ। ਕੱਲ ਸੁਖਬੀਰ ਬਾਦਲ ਨੇ ਵੀ ਸਾਂਝੇ ਉਮੀਦਵਾਰ ਦੇ ਲਈ ਬੰਦੀ ਸਿੰਘਾਂ ਦੇ ਪਰਿਵਾਰਕ ਮੈਂਬਰ ਨੂੰ ਟਿਕਟ ਦੇਣ ਦੇ ਮੁੱਦੇ ਦੇ ਉੱਤੇ ਗੱਲਬਾਤ ਕੀਤੀ ਸੀ। ਖੈਰ ਸਿਮਰਨਜੀਤ ਸਿੰਘ ਮਾਨ अपनी नॉमिनेशन फाइल कर चुके हैं और एक बड़ी खबर है दो नॉमिनेशंस संगरूर चोणां दे लई जिहड़ियां अहम नॉमिनेशंस ने संगरूर लोक सभा दी जिमनी चोण दे लई हो चुकी है। सोमवार नूं नॉमिनेशन दा आखिरी दिन है। 23 तरीक नूं वोटां पैणगीਆਂ ते 26 तरीक नूं नतीजे ऐलाने जाणगे। लोक सभा दी जिमनी चोण 23 तरीक नूं आ रही है और दो बारी संगरूर के लोगों ने मैनू चुन के अपने प्रतिनिधि तौर पर भेजा तो साड़ी पार्टी वालों इस बार एक नौजवान वलंटियर गुरमेल सिंह वो नामजद किए गए हैं। अज उन्होंने नॉमिनेशन फाइल हुई है। आम आदमी पार्टी एक ऐसी पार्टी है जिहड़ी आम घर के धियां पुत्तां नूं विधान सभा चाहे दिल्ली हो चाहे पंजाब हो तो लोक सभा भेजती रहिंदी है। सो उस कड़ी के तहत अज एक नौजवान सरपंच जिहड़े हैगे ने मौजूदा उन्होंने गुरमेल सिंह उन्होंने असी पार्टी वालों नामजद किया उम्मीदवार के तौर पर। ਤਾਂ ਦੋ ਨਾਮਜ਼ਦਗੀਆਂ ਫਾਈਲ ਹੋ ਚੁੱਕੀਆਂ ਨੇ। ਇੱਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਦੇ ਵੱਲੋਂ ਆਪਣੀ ਨੋਮੀਨੇਸ਼ਨ ਫਾਈਲ ਕਰ ਦਿੱਤੀ ਗਈ ਤਾਂ ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਨੇ ਵੀ ਆਪਣੀ ਨੋਮੀਨੇਸ਼ਨ ਫਾਈਲ ਕਰ ਦਿੱਤੀ ਹੈ। ਦਿਨ ਦੀ 5ਵੀਂ ਵੱਡੀ ਖਬਰ ਉਹ ਤੁਹਾਡੀ ਟੀਵੀ ਸਕਰੀਨ ਤੇ ਆਏਗੀ। ਰਾਜੋਆਣਾ ਦੇ ਨਾਲ ਮੁਲਾਕਾਤ ਤੋਂ ਬਾਅਦ ਕਮਲਦੀਪ ਕੌਰ ਦਾ ਬਿਆਨ ਸਾਹਮਣੇ ਆਇਆ। ਉਹ ਵੀ ਸੰਗਰੂਰ ਜ਼ਿਮਨੀ ਚੋਣਾਂ ਲੜਨਗੇ। ਕਮਲਦੀਪ ਕੌਰ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨੇ ਤੇ ਉਹਨਾਂ ਨੂੰ ਅਕਾਲੀ ਦਲ ਨੇ ਅਪਰੋਚ ਕੀਤਾ ਸੀ ਕਿ ਤੁਸੀਂ ਆ ਕੇ ਇਲੈਕਸ਼ਨ ਲੜੋ। ਅਕਾਲੀ ਦਲ ਸਿਮਰਨਜੀਤ ਸਿੰਘ ਮਾਨ ਦੇ ਨਾਲ ਵੀ ਮੁਲਾਕਾਤ ਕਰਦਾ ਅਕਾਲੀ ਦਲ ਦੇ ਪ੍ਰਧਾਨ ਜਿਸ ਦੇ ਵਿੱਚ ਸਾਂਝੇ ਉਮੀਦਵਾਰ ਦੇ ਜ਼ਿਕਰ ਕੀਤਾ ਗਿਆ ਸੀ। ਖੈਰ ਆਜ਼ਾਦ ਚੋਣਾਂ ਉਹ ਨਹੀਂ ਲੜਨਗੇ, ਅਕਾਲੀ ਦਲ ਦੀ ਟਿਕਟ ਦੇ ਉੱਤੇ ਚੋਣ ਮੈਦਾਨ ਦੇ ਵਿੱਚ ਉਤਰਨਗੇ। ਪਟਿਆਲਾ ਜੇਲ੍ਹ ਦੇ ਵਿੱਚ ਰਾਜੋਆਣਾ ਦੇ ਨਾਲ ਕਮਲਦੀਪ ਕੌਰ ਦੇ ਵੱਲੋਂ ਮੁਲਾਕਾਤ ਕੀਤੀ ਗਈ ਹੈ ਤੇ ਇਸ ਮੁਲਾਕਾਤ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਉਸ ਮੁਲਾਕਾਤ ਤੋਂ ਬਾਅਦ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਉਹ ਆਪਣੇ ਭਰਾ ਤੋਂ ਇੱਕ ਤਰੀਕੇ ਨਾਲ ਪਰਮਿਸ਼ਨ ਲੈਣ ਪਹੁੰਚੇ ਸੀ, ਉਹਨਾਂ ਦੀ ਰਾਏ ਲੈਣ ਪਹੁੰਚੇ ਸੀ ਕਿ ਇਲੈਕਸ਼ਨ ਲੜਾਂ ਕਿ ਨਾ। ਤਾਂ ਉਹਨਾਂ ਨੇ ਕਿਹਾ ਮਤਲਬ ਰਾਜੋਆਣਾ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਪੰਥਕ ਧਿਰਾਂ ਟਕਸਾਲ ਤੇ ਉਹ ਸਾਰੀਆਂ ਜਥੇਬੰਦੀਆਂ ਜੋ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇਸ ਸਮੇਂ ਯਤਨਸ਼ੀਲ ਨੇ, ਜੇਕਰ ਉਹ ਸਾਂਝਾ ਉਮੀਦਵਾਰ ਬਣਾਉਂਦੀਆਂ ਨੇ ਤਾਂ ਫਿਰ ਇਲੈਕਸ਼ਨ ਲੜ ਲਓ। ਨਾਲ ਹੀ ਇਹ ਵੀ ਕਿਹਾ ਗਿਆ ਕਿ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਇਲੈਕਸ਼ਨ ਨਹੀਂ ਲੜਨਾ। ਇਹ ਇੱਕ ਪਿਕਚਰ ਕਲੀਅਰ ਹੁੰਦੀ ਹੋਈ ਨਜ਼ਰ ਆ ਰਹੀ ਹੈ। ਯਾਨੀ ਅਕਾਲੀ ਦਲ ਦੀ ਟਿਕਟ ਦੇ ਉੱਤੇ ਕਮਲਦੀਪ ਕੌਰ ਹੁਣ ਚੋਣ ਮੈਦਾਨ ਦੇ ਵਿੱਚ ਉਤਰਨਗੇ ਔਰ ਰਾਜੋਆਣਾ ਦੀ ਭੈਣ ਨੇ ਔਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਹੜੀ ਕਮੇਟੀ ਬਣਾਈ ਗਈ ਹਾਲਾਂਕਿ ਉਸ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਵੀ ਹੈਗੇ ਨੇ। ਉਸ ਕਮੇਟੀ ਦੇ ਵੱਲੋਂ ਲਗਾਤਾਰ ਮੀਟਿੰਗਾਂ ਹੋਈਆਂ ਨੇ ਕਿ ਕਿਸ ਤਰੀਕੇ ਨਾਲ ਅੱਗੇ ਸਰਕਾਰਾਂ ਦੇ ਉੱਤੇ ਦਬਾਅ ਪਾਇਆ ਜਾ ਸਕੇ ਤਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਜੋ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ ਉਹਨਾਂ ਦੀ ਰਿਹਾਈ ਕੀਤੀ ਜਾ ਸਕੇ, ਕਰਵਾਈ ਜਾ ਸਕੇ। ਤਾਂ ਕਮਲਦੀਪ ਕੌਰ ਰਾਜੋਆਣਾ ਦੀ ਭੈਣ ਨੇ ਤੇ ਇਸ ਵਾਰ ਲੋਕ ਸਭਾ ਦੀ ਜ਼ਿਮਨੀ ਚੋਣ ਦੇ ਵਿੱਚ ਚੋਣ ਮੈਦਾਨ 'ਚ ਉਹ ਨਜ਼ਰ ਆਉਣਗੇ।
ਆਏ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਸਤਿਕਾਰਯੋਗ ਸਾਡੇ ਆਗੂ ਆਏ ਤੇ ਉਹਨਾਂ ਦਾ ਸੁਨੇਹਾ ਅਸੀਂ ਵੀਰ ਜੀ ਨੂੰ ਦਿੱਤਾ ਤਾਂ ਵੀਰ ਜੀ ਨੇ ਸਾਨੂੰ ਇਹ ਕਿਹਾ ਕਿ ਜੇਕਰ ਸਾਰੀਆਂ ਸਿੱਖ ਜਥੇਬੰਦੀਆਂ ਦਮਦਮੀ ਟਕਸਾਲ ਤੇ ਜਿਹੜੀ ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਕਮੇਟੀ ਬਣਾਈ ਗਈ ਸੀਗੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਉਹ ਸਾਰੇ ਤੇ ਨਿਹੰਗ ਜਥੇਬੰਦੀਆਂ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਨੂੰ ਉਮੀਦਵਾਰ ਐਲਾਨਿਆ ਜਾਂਦਾਗਾ ਤਾਂ ਅਸੀਂ ਮਤਲਬ ਕਿ ਚੋਣਾਂ 'ਚ ਖੜੇ ਹੋਣ ਲਈ ਚੋਣਾਂ ਲੜਨ ਦੇ ਲਈ ਤਿਆਰ ਹਾਂ ਜੀ ਪਰ ਆਜ਼ਾਦ ਤੌਰ ਤੇ ਉਮੀਦਵਾਰ ਦੇ ਤੌਰ ਤੇ ਅਸੀਂ ਸਮਰੱਥ ਨਹੀਂ ਹੈਗੇ ਮਤਲਬ ਆਜ਼ਾਦ ਨਹੀਂ ਹਾਂਜੀ ਆਜ਼ਾਦ ਤੌਰ ਤੇ ਨਹੀਂ ਜੇਕਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਨੂੰ ਉਮੀਦਵਾਰ ਐਲਾਨਿਆ ਜਾਂਦਾ ਤਾਂ ਅਸੀਂ ਚੋਣਾਂ 'ਚ ਖੜੇ ਹੋਣ ਲਈ ਤਿਆਰ ਹਾਂ ਜੀ ਮੀਟਿੰਗ ਦੇ ਵਿੱਚ ਤੁਸੀਂ ਮਿਲ ਕੇ ਆਏ ਸੀ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਰਗੇ ਆਸ਼ਵਾਸਨ ਦਿੱਤਾ ਗਿਆ ਕਿ ਉਹਨਾਂ ਨੇ ਬੇਨਤੀ ਕੀਤੀ ਸੀਗੀ ਕਿ ਅਸੀਂ ਚੋਣਾਂ 'ਚ ਖੜੇ ਹੋਈਏ ਸਵੇਰੇ ਸਾਡੇ ਕੋਲ ਆਏ ਸੀਗੇ ਕਿ ਉਸ ਨੇ ਅਸੀਂ ਵੀਰ ਜੀ ਨੂੰ ਦਿੱਤਾ ਸੀ ਜੀ ਤੇ ਵੀਰ ਜੀ ਨੇ ਇਹ ਗੱਲ ਕਹੀ ਆ ਹੁਣ ਇਸ ਤੋਂ ਭਾਈ ਬਾਅਦ ਸਾਹਿਬ ਨੇ ਚੋਣ ਲੜਨ ਦੀ ਹਾਮੀ ਭਰ ਕੇ ਤੁਹਾਨੂੰ ਆਗਿਆ ਦੇ ਦਿੱਤੀ ਹੈ ਹਾਂਜੀ ਬਿਲਕੁਲ ਜੀ ਚੋਣਾਂ ਲੜਨ ਦੇ ਲਈ ਹਾਮੀ ਭਰ ਦਿੱਤੀ ਤੇ ਆਗਿਆ ਦੇ ਬਸ਼ਰਤੇ ਕਿ ਪਾਰਟੀ ਤਾਂ ਕਮਲਦੀਪ ਕੌਰ ਸੰਗਰੂਰ ਦੀ ਜ਼ਿਮਨੀ ਚੋਣ ਲੜਨਗੇ ਜੇ ਅਕਾਲੀ ਦਲ ਉਹਨਾਂ ਨੂੰ ਟਿਕਟ ਦਿੰਦਾ ਉਹ ਤਕਰੀਬਨ ਕਲੀਅਰ ਹੈ ਕਿ ਅਕਾਲੀ ਦਲ ਦੇ ਵੱਲੋਂ ਹੀ ਉਹਨਾਂ ਨੂੰ ਉਮੀਦਵਾਰ ਬਣਾਇਆ ਜਾਵੇਗਾ ਇਸ ਸਭ ਦੇ ਵਿਚਾਲੇ ਇੱਕ ਹੋਰ ਵੱਡੀ ਖਬਰ ਦਾ ਰੁਖ ਕਰਦੇ ਹਾਂ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਨਾਲ ਜੁੜੀ ਹੋਈ ਹੈ ਕਿਉਂਕਿ ਉਹਨਾਂ ਦੇ ਨਾਮ ਦੀ ਵੀ ਚਰਚਾ ਖੂਬ ਇਸ ਸਮੇਂ ਪੰਜਾਬ ਦੇ ਵਿੱਚ ਹੋ ਰਹੀ ਸੀਗੀ ਉਹਨਾਂ ਨੂੰ ਸਾਂਝਾ ਉਮੀਦਵਾਰ ਬਣਾ ਦਿੱਤਾ ਜਾਵੇ ਪਰ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਇਲੈਕਸ਼ਨ ਨਹੀਂ ਲੜਨਗੇ ਮੇਰਾ ਚੋਣਾਂ ਲੜਨ ਦਾ ਕੋਈ ਮਨ ਨਹੀਂ ਹੈ ਇਹ ਬਲਕੌਰ ਸਿੰਘ ਦੇ ਵੱਲੋਂ ਇੱਕ ਸਟੇਟਮੈਂਟ ਜਾਰੀ ਕਰ ਦਿੱਤੀ ਗਈ ਉਹਨਾਂ ਨੇ ਇਹ ਵੀ ਕਿਹਾ ਭਾਵੁਕ ਹੋ ਕੇ ਕਿ ਮੇਰੇ ਪੁੱਤ ਦਾ ਅਜੇ ਸਿਵਾ ਵੀ ਠੰਡਾ ਨਹੀਂ ਹੋਇਆ ਸੋਸ਼ਲ ਮੀਡੀਆ ਦੇ ਉੱਤੇ ਹੋ ਰਹੀਆਂ ਗੱਲਾਂ ਦੇ ਨਾਲ ਮਨ ਦੁਖੀ ਹੈ ਸਿੱਧੂ ਮੂਸੇਵਾਲਾ ਦਾ ਐਤਵਾਰ ਨੂੰ ਕਤਲ ਕਰ ਦਿੱਤਾ ਗਿਆ ਸੀ ਗੋਲੀਆਂ ਮਾਰ ਕੇ 28 ਸਾਲ ਦਾ ਨੌਜਵਾਨ ਪੁੱਤ ਜਦੋਂ ਦੁਨੀਆ ਤੋਂ ਚਲਿਆ ਜਾਵੇ ਔਰ ਉਹ ਪੁੱਤ ਜਿਸ ਨੇ ਪੂਰੀ ਦੁਨੀਆ ਨੂੰ ਲਿਆ ਕੇ ਜੋ ਸਿੱਧੂ ਆਪਣੇ ਗਾਣਿਆਂ ਦੇ ਵਿੱਚ ਕਹਿੰਦੇ ਨੇ ਕਿ ਆਪਣੇ ਪਿਤਾ ਦੇ ਪੈਰਾਂ ਦੇ ਵਿੱਚ ਰੱਖ ਦੇਵਾਂਗਾ ਤਾਂ ਜਦੋਂ ਅਜਿਹਾ ਪੁੱਤ ਦੁਨੀਆ ਤੋਂ ਚਲਿਆ ਜਾਵੇ ਤਾਂ ਫਿਰ ਪਿਤਾ ਦੇ ਮਨ ਦੀ ਸਥਿਤੀ ਕੀ ਹੋ ਸਕਦੀ ਹੈ ਇੱਕ ਅੰਦਾਜ਼ਾ ਤਾਂ ਜ਼ਰੂਰ ਲਗਾਇਆ ਜਾ ਸਕਦਾ ਹੈ ਪਰ ਉਹ ਖੁਦ ਮਹਿਸੂਸ ਜੋ ਕਰ ਰਹੇ ਨੇ ਸ਼ਾਇਦ ਉਸ ਨੂੰ ਬਿਆਨ ਕਰਨਾ ਔਖਾ ਪਰ ਚੰਡੀਗੜ੍ਹ ਦੇ ਵਿੱਚ ਮੁਲਾਕਾਤ ਸੀ ਅਮਿਤ ਸ਼ਾਹ ਦੇ ਨਾਲ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਸਿੱਧੂ ਮੂਸੇਵਾਲਾ ਦੇ ਇੰਸਟਾ ਪੇਜ ਤੋਂ ਉਹਨਾਂ ਦੇ ਪਿਤਾ ਨੇ ਇੱਕ ਬਿਆਨ ਜਾਰੀ ਕੀਤਾ ਜੋ ਤੁਸੀਂ ਦੇਖ ਰਹੇ ਹੋ ਟੀਵੀ ਸਕਰੀਨ ਦੇ ਉੱਤੇ ਤੇ ਉਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਮੇਰਾ ਮਨ ਨਹੀਂ ਹੈ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਨੇ ਜਿਸ ਨੂੰ ਪੜ੍ਹ ਕੇ ਸੁਣ ਕੇ ਮੇਰਾ ਮਨ ਦੁਖੀ ਜ਼ਰੂਰ ਹੁੰਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ 8 ਤਰੀਕ ਨੂੰ ਸਿੱਧੂ ਦਾ ਭੋਗ ਹੈ ਸਿੱਧੂ ਮੂਸੇਵਾਲੇ ਦਾ ਤੇ ਤੁਸੀਂ ਉੱਥੇ ਜ਼ਰੂਰ ਪਹੁੰਚੋ ਤੇ ਉਸ ਦਿਨ ਖੁੱਲ ਕੇ ਗੱਲਾਂ ਕਰਾਂਗਾ ਖੁੱਲ ਕੇ ਮਨ ਦੀਆਂ ਗੱਲਾਂ ਕਰਾਂਗਾ ਤਾਂ ਕਿ ਸਿੱਧੂ ਮੂਸੇਵਾਲਾ ਦੇ ਪਿਤਾ 8 ਜੂਨ ਨੂੰ ਇਸ ਮੁੱਦੇ ਦੇ ਉੱਤੇ ਆਪਣੇ ਪਿਤਾ ਆਪਣੇ ਬੇਟੇ ਦੇ ਜੋ ਕਤਲ ਹੋਇਆ ਉਸ ਮੁੱਦੇ ਦੇ ਉੱਤੇ ਸਿੱਧੂ ਮੂਸੇਵਾਲਾ ਦੇ ਪਿਤਾ ਖੁੱਲ ਕੇ ਬੋਲਣਗੇ ਪਰ ਇੱਕ ਚੀਜ਼ ਉਹਨਾਂ ਦੇ ਵੱਲੋਂ ਕਲੀਅਰ ਕਰ ਦਿੱਤੀ ਗਈ ਕਿ ਉਹ ਇਲੈਕਸ਼ਨ ਨਹੀਂ ਲੜਨਗੇ ਮੈਂ ਸਿੱਧੂ ਮੂਸੇਵਾਲੇ ਦਾ ਫਾਦਰ ਮੈਂ ਤੁਹਾਡੇ ਨਾਲ ਇੱਕ ਦੋ ਗੱਲਾਂ ਕਰਨੀਆਂ ਸੀ ਮੈਂ ਜੋ ਸੋਸ਼ਲ ਮੀਡੀਆ ਤੇ ਦੇਖ ਕੇ ਮੇਰਾ ਮਨ ਵੀ ਬਹੁਤ ਦੁਖੀ ਹੁੰਦਾ ਹੈ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਜੋ ਚੱਲ ਰਹੀਆਂ ਨੇ ਇਹਨਾਂ ਤੇ ਯਕੀਨ ਨਾ ਕਰੋ ਹਾਲੇ ਮੇਰੇ ਪੁੱਤ ਦਾ ਸਿਵਾ ਠੰਡਾ ਨਹੀਂ ਹੋਇਆ ਮੇਰਾ ਕਿਸੇ ਇਲੈਕਸ਼ਨ ਦਾ ਕੋਈ ਮਨ ਨਹੀਂ ਹੈ ਬਸ ਤੁਸੀਂ ਦੁੱਖ ਦੇ ਵਿੱਚ ਮੇਰਾ ਸਾਥ ਦਿੱਤਾ ਹੈ ਤੁਹਾਡਾ ਕੋਟਨ ਧੰਨਵਾਦ ਬਾਕੀ ਮੇਰੀ ਤੁਹਾਡੀ ਸਾਰਿਆਂ ਦੇ ਚਰਨਾਂ 'ਚ ਇੱਕ ਬੇਨਤੀ ਹੈ 8 ਤਰੀਕ ਨੂੰ ਬੱਚੇ ਦਾ ਭੋਗ ਹੈ ਤੁਸੀਂ ਆਇਓ ਰਹਿੰਦੀਆਂ ਸਾਰੀਆਂ ਗੱਲਾਂ ਦਿਲ ਖੋਲ ਕੇ ਮੈਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਮੇਰਾ ਮਨ ਇਸ ਸਮੇਂ ਬਹੁਤਾ ਕੁਝ ਕਹਿਣ ਦੇ ਹਾਲਾਤ ਦੇ ਵਿੱਚ ਤਾਂ 8 ਤਰੀਕ ਦਾ ਵੀ ਇੰਤਜ਼ਾਰ ਰਹੇਗਾ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਕੀ ਬਿਆਨ ਦਿੰਦੇ ਨੇ ਜਾਂ ਕੀ ਉਹਨਾਂ ਦੇ ਵੱਲੋਂ ਉੱਥੇ ਸੰਬੋਧਨ ਦੇ ਦੌਰਾਨ ਕਿਹਾ ਜਾਂਦਾ ਹੈ ਪਰ ਭਾਵੁਕ ਬਿਆਨ ਜ਼ਰੂਰ ਦਿੱਤਾ ਕਿ ਮੇਰੇ ਪੁੱਤ ਦਾ ਅਜੇ ਸਿਵਾ ਠੰਡਾ ਨਹੀਂ ਹੋਇਆ ਤੇ ਜੋ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ ਉਸ ਨੂੰ ਦੇਖ ਕੇ ਮਨ ਦੁਖੀ ਹੁੰਦਾ ਹੈ ਹੁਣ ਤੁਹਾਨੂੰ ਰਾਜਾ ਵੜਿੰਗ ਦਾ ਇੱਕ ਬਿਆਨ ਸੁਣਾਉਂਦੇ ਹਾਂ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜੇਕਰ ਮੂਸੇਵਾਲਾ ਦੇ ਪਿਤਾ ਇਲੈਕਸ਼ਨ ਲੜਨ ਦੇ ਲਈ ਤਿਆਰ ਨਹੀਂ ਹੁੰਦੇ ਤਾਂ 5 ਤਰੀਕ ਤੱਕ ਕਾਂਗਰਸ ਆਪਣਾ ਉਮੀਦਵਾਰ ਐਲਾਨ ਕਰ ਦੇਵੇਗੀ चुनाव के लिए क्या तैयारी है कब उम्मीदवार की घोषणा कर रहे हैं 5 तरीक को हम अपने उम्मीदवार का घोषणा कर देंगे क्योंकि सब लोगों ने एक बात कही है सरदारा सिंह जौल से लेकर कई 3-4 लोगों ने अपनी बात कही कि सिद्धू मूसेवाला के परिवार को कंसेंसस का एक कैंडिडेट होना चाहिए सबका कैंडिडेट इकट्ठा चाहे इंडिपेंडेंट कैंडिडेट और हमने उसको इंडोर्स किया है कि अगर ऐसा होता है तो एक नया संदेश
एक नया सुनेहा जाऊगा पंजाब के अंदर। कुछ पार्टियों से बात हुई है? नहीं, पार्टियों नाल नहीं। अज मेरे ख्याल मिस्टर ढींडसा साहब ने भी इस गल ते कहा कि ठीक है। सो मैनू लगता है कि एक नवा सुनेहा जाएगा कि ਜਿਹੜੇ लोग सिद्धू मूसेवाल ਦੀ सोच ਨੂੰ ਜਾਂ ਇਹੋ ਜਿਹੇ ਐਲੀਮੈਂਟਸ ਹੈਗੇ ਨੇ ਪੰਜਾਬ ਨੂੰ ਤੋੜਨਾ ਚਾਹੁੰਦੇ ਨੇ, ਪੰਜਾਬ 'ਚ ਡਰ ਪੈਦਾ ਕਰਨਾ ਚਾਹੁੰਦੇ, ਪੰਜਾਬ ਡਰੇਗਾ ਨਹੀਂ। ਪੰਜਾਬ ਰਾਜਨੀਤੀ ਪਾਸੇ ਛੱਡ ਕੇ ਇਕਮੁੱਠ ਹੋ ਕੇ ਇੱਕ ਸੁਨੇਹਾ ਦੇਗਾ ਕਿ ਨਹੀਂ, ਅਸੀਂ ਉਸ ਸੋਚ ਦੇ ਨਾਲ ਖੜੇ ਹਾਂ, ਉਸ ਵਿਅਕਤੀ ਦੇ ਪਰਿਵਾਰ ਨਾਲ ਖੜੇ ਹਾਂ। ਤਾਂ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸਾਫ਼ ਕਰ ਦਿੱਤਾ ਕਿ ਉਹ ਇਲੈਕਸ਼ਨ ਲੜਨ ਦੇ ਬਿਲਕੁਲ ਵੀ ਚਾਹਵਾਨ ਨਹੀਂ ਨੇ ਔਰ ਇਸ ਸਥਿਤੀ ਦੇ ਵਿੱਚ ਇਲੈਕਸ਼ਨ ਲੜਨਾ ਉਸ ਪਰਿਵਾਰ ਦੇ ਲਈ ਬਹੁਤ ਜ਼ਿਆਦਾ ਔਖਾ ਵੀ ਲੱਗ ਰਿਹਾ ਸੀ। ਖੈਰ ਇਸ ਸਭ ਦੇ ਵਿਚਾਲੇ ਇੱਕ ਹੋਰ ਵੱਡੀ ਖਬਰ ਦਾ ਰੁਖ ਕਰਦੇ ਹਾਂ। ਸਿੱਧੂ ਮੂਸੇਵਾਲਾ ਦੇ ਨਾਲ ਹੀ ਜੁੜੀ ਹੋਈ ਹੈ ਔਰ ਦਿਨ ਦੀ ਵੱਡੀ ਖਬਰ ਤੀਜੀ ਵੱਡੀ ਖਬਰ ਤੁਹਾਡੀ ਟੀਵੀ ਸਕਰੀਨ ਦੇ ਉੱਤੇ। ਪੁਲਿਸ ਨੇ ਹਿਰਾਸਤ ਦੇ ਵਿੱਚ ਲਏ ਨੇ 3 ਨੌਜਵਾਨ। ਮੂਸੇਵਾਲਾ ਕਤਲकांड ਦੇ ਵਿੱਚ ਐਕਸ਼ਨ ਦੇ ਵਿੱਚ ਪੁਲਿਸ ਨਜ਼ਰ ਆ ਰਹੀ ਹੈ, ਪਰ ਸਵਾਲ ਇਹ ਵੀ ਹੈ ਕਿ 6 ਦਿਨ ਬਾਅਦ ਜਿਹੜੇ ਸ਼ੂਟਰ ਨੇ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਸਿੱਧੂ ਨੂੰ ਉਹ ਅਜੇ ਤੱਕ ਹੱਥ ਨਹੀਂ ਲੱਗੇ। ਤਸਵੀਰਾਂ ਜ਼ਰੂਰ ਨੇ। ਤਾਂ ਮਨਪ੍ਰੀਤ ਭਾਊ ਨੂੰ ਦੇਹਰਾਦੂਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦੀ ਲੀਡ ਦੇ ਉੱਤੇ ਇਹ ਜਿਹੜੇ ਕਾਬੂ ਕੀਤੇ ਗਏ ਨੇ। ਪੁਲਿਸ ਦੇ ਵੱਲੋਂ ਹੁਣ ਤੱਕ ਕਈ ਲੋਕਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਪੁੱਛ ਪੜਤਾਲ ਕੀਤੀ ਗਈ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਪੁਲਿਸ ਨੇ ਹਿਰਾਸਤ ਦੇ ਵਿੱਚ ਲਏ ਨੇ 3 ਨੌਜਵਾਨ ਔਰ 3 ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਪੁੱਛ ਪੜਤਾਲ ਪੁਲਿਸ ਕਰ ਰਹੀ ਹੈ। ਸਿੱਧੂ ਮੂਸੇਵਾਲਾ ਦਾ ਐਤਵਾਰ ਨੂੰ ਉਹਨਾਂ ਦੇ ਪਿੰਡ ਦੇ ਹੀ ਨੇੜੇ ਜਵਾਹਰ ਕੇ ਪਿੰਡ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਤੋਂ ਲਗਾਤਾਰ 6ਵਾਂ ਦਿਨ ਹੈ। ਉਸ ਤੋਂ ਬਾਅਦ ਤੋਂ ਲਗਾਤਾਰ ਇਹ ਸਵਾਲ ਜ਼ਰੂਰ ਉੱਠ ਰਹੇ ਨੇ ਕਿ ਆਖਿਰ ਕਦੋਂ ਸਿੱਧੂ ਮੂਸੇਵਾਲਾ ਦੇ ਕਾਤਲ ਫੜੇ ਜਾਣਗੇ, ਕਿਉਂਕਿ ਗੋਲਡੀ ਬਰਾੜ ਸੋਸ਼ਲ ਮੀਡੀਆ ਦੇ ਜ਼ਰੀਏ ਹੁਣ ਤੱਕ ਜ਼ਿੰਮੇਵਾਰੀ ਜ਼ਰੂਰ ਲੈ ਚੁੱਕੇ ਨੇ, ਪਰ ਦੂਜੇ ਪਾਸੇ ਸਵਾਲ ਇਹ ਹੈ ਕਿ ਕਿੰਨੇ ਹਮਲਾਵਰ ਸੀ। ਲੋਕ ਜਿਹੜਾ ਸਵਾਲ ਪੁੱਛਣਾ ਚਾਹੁੰਦੇ ਨੇ ਪੁਲਿਸ ਨੂੰ, ਪ੍ਰਸ਼ਾਸਨ ਨੂੰ, ਇਹ ਸਵਾਲ ਹੋ ਰਿਹਾ ਹੈ। ਸਭ ਤੋਂ ਪਹਿਲਾਂ ਲੋਕ ਜਾਣਨਾ ਚਾਹੁੰਦੇ ਨੇ ਕਿ ਸਿੱਧੂ ਮੂਸੇਵਾਲਾ ਦੇ ਉੱਤੇ ਕਿੰਨੇ ਲੋਕਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ। ਦੂਜੀ ਗੱਲ, ਕਿਹੜੇ ਹਥਿਆਰਾਂ ਦਾ ਇਸਤੇਮਾਲ ਕੀਤਾ ਗਿਆ। ਤੀਜੀ ਗੱਲ, ਜੋ ਤੀਜਾ ਸਵਾਲ ਹੈ ਕਿ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰੀਆਂ ਕਿਸਨੇ। ਗੋਲਡੀ ਬਰਾੜ ਜ਼ਿੰਮੇਵਾਰੀ ਲੈ ਰਿਹਾ ਹੈ, ਲਾਰੈਂਸ ਬਿਸ਼ਨੋਈ ਦੇ ਗੈਂਗ ਦਾ ਨਾਮ ਆ ਰਿਹਾ ਹੈ, ਪਰ ਉਹ ਕਿਹੜੇ ਲੋਕ ਸੀ ਜਿਨ੍ਹਾਂ ਦੇ ਵੱਲੋਂ ਗੋਲੀਆਂ ਮਾਰੀਆਂ ਗਈਆਂ। ਸ਼ੂਟਰ ਕੌਣ ਸੀ ਉੱਥੇ ਜਿਨ੍ਹਾਂ ਦੇ ਵੱਲੋਂ ਉਹਨਾਂ ਸ਼ੂਟਰਾਂ ਨੂੰ ਲੀਡ ਕੀਤਾ ਜਾ ਰਿਹਾ ਸੀ, ਉਸ ਗਿਰੋਹ ਦੇ ਲੋਕਾਂ ਨੂੰ ਲੀਡ ਕੀਤਾ ਜਾ ਰਿਹਾ ਸੀ ਜੋ ਪਿੱਛਾ ਕਰਦੇ ਰਹੇ, ਔਰ ਕਦੋਂ ਤੋਂ ਇਹ ਪੂਰੀ ਸਾਜ਼ਿਸ਼ ਚੱਲ ਰਹੀ ਸੀ। ਬਹੁਤ ਸਾਰੇ ਸਵਾਲ ਲੋਕਾਂ ਦੇ ਜ਼ਿਹਨ ਦੇ ਵਿੱਚ ਨੇ, ਸਿੱਧੂ ਮੂਸੇਵਾਲਾ ਦੇ ਸਮਰਥਕਾਂ ਦੇ ਜ਼ਿਹਨ ਦੇ ਵਿੱਚ ਨੇ, ਜੋ ਚਾਹੁੰਦੇ ਨੇ ਕਿ ਜਵਾਬ ਉਸਦਾ ਮਿਲੇ ਕਿ ਆਖਿਰ ਇਨਸਾਫ ਕਦੋਂ ਹੋਏਗਾ ਸਿੱਧੂ ਮੂਸੇਵਾਲਾ ਦੇ ਕਤਲ ਦਾ। ਕਦੋਂ ਇਨਸਾਫ ਪੁਲਿਸ ਦੇਵੇਗੀ, ਕਦੋਂ ਪ੍ਰਸ਼ਾਸਨ ਦੇਵੇਗਾ, ਕਦੋਂ ਜਾਂਚ ਦੇ ਵਿੱਚ ਸਾਹਮਣੇ ਆਏਗਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੀ ਵਜ੍ਹਾ ਸੀ ਤੇ ਇਹਨਾਂ ਲੋਕਾਂ ਨੇ ਕਤਲ ਕੀਤਾ ਹੈ। ਖੈਰ ਇਸ ਸਭ ਦੇ ਵਿਚਾਲੇ ਪੁਲਿਸ ਜ਼ਰੂਰ ਲੱਗੀ ਹੋਈ ਹੈ। 3 ਲੋਕ ਹਿਰਾਸਤ ਦੇ ਵਿੱਚ ਲਏ ਗਏ ਨੇ। ਮਨਪ੍ਰੀਤ ਭਾਊ ਦੀ ਨਿਸ਼ਾਨਦੇਹੀ ਦੇ ਉੱਤੇ ਲੀਡ ਤੋਂ ਬਾਅਦ ਪੁੱਛਗਿੱਛ ਦੇ ਲਈ ਲੋਕ ਹਿਰਾਸਤ 'ਚ ਲਏ ਨੇ। ਸਿੱਧਾ ਰੁਕ ਕਰਦੇ ਹਾਂ, ਸਾਡੇ ਸਹਿਯੋਗੀ ਮਨੋਜ ਰਾਠੀ ਇਸ ਸਮੇਂ ਸਾਡੇ ਨਾਲ ਜੁੜ ਰਹੇ ਨੇ। ਮਨੋਜ, ਕੀ ਕੁਝ ਤੁਹਾਡੇ ਕੋਲ ਜਾਣਕਾਰੀ? ਬਿਲਕੁਲ ਗੌਰਵ, ਜਿੱਦਾਂ ਤੁਸੀਂ ਵੀ ਗੱਲ ਕਹੀ ਕਿ ਲੋਕੀ ਇਹ ਜਾਣਨਾ ਚਾਹੁੰਦੇ ਨੇ ਕਿ ਆਖਿਰ ਸਿੱਧੂ ਦੇ ਕਤਲ ਮਾਮਲੇ 'ਚ ਕਿੰਨੇ ਹਮਲਾਵਰ ਸੀਗੇ। ਹਾਲਾਂਕਿ ਹੁਣ ਜਿਹੜੇ ਸੋਰਸਿਸ ਤੋਂ ਸਾਨੂੰ ਜਾਣਕਾਰੀ ਮਿਲੀ ਹੈ ਕਿ ਮਾਨਸਾ ਪੁਲਿਸ ਨੇ, ਜਿਹੜੀ ਹਾਲਾਂਕਿ ਐਸਆਈਟੀ ਜੀ ਵੀ ਇੱਕ ਬਣਾਈ ਗਈ ਹੈ, ਲੇਕਿਨ ਮਾਨਸਾ ਪੁਲਿਸ ਨੇ ਹੀ 3 ਜਿਹੜੇ ਨੌਜਵਾਨ ਹੈ ਉਹਨਾਂ ਨੂੰ ਡਿਟੇਨ ਕੀਤਾ ਹੋਇਆ ਤੇ ਮਨਪ੍ਰੀਤ ਜਿਹੜਾ ਤੁਸੀਂ ਭਾਊ ਦੀ ਗੱਲ ਕੀਤੀ ਹੈ ਉਹਨੂੰ ਗ੍ਰਿਫਤਾਰ ਕੀਤਾ ਸੀਗਾ ਉੱਤਰਾਖੰਡ ਪੁਲਿਸ ਦੀ ਮਦਦ ਨਾਲ, ਤੇ ਉਹਦੀ ਲੀਡ ਤੋਂ ਕਈ ਪੁਲਿਸ ਨੂੰ ਚੀਜ਼ਾਂ ਮਿਲੀਆਂ। ਹੁਣ ਜਿਹੜੇ ਇਹ 3 ਨੌਜਵਾਨ ਨੇ, ਇਹ ਵੀ ਤੁਹਾਨੂੰ ਦੱਸ ਦਈਏ ਕਿ ਮੂਸੇ ਪਿੰਡ ਦੇ ਨਾਲ ਦੇ ਆਸ-ਪਾਸ ਦੇ ਜਿਹੜੇ ਪਿੰਡ ਦੇ ਇਹ ਨੌਜਵਾਨ ਦੱਸੇ ਜਾ ਰਹੇ ਨੇ, ਜਿਹੜੇ ਸਾਡੇ ਸੋਰਸਿਸ ਦੱਸੇ ਜਾ ਰਹੇ ਨੇ, ਕਿਉਂਕਿ ਬਹੁਤ ਵੱਡੀ ਖਬਰ ਹੈ ਕਿ ਜੇ 3 ਨੌਜਵਾਨਾਂ ਨੂੰ ਡਿਟੇਨ ਕਰਨ ਤੋਂ ਬਾਅਦ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਕਿਤੇ ਨਾ ਕਿਤੇ ਪੁਲਿਸ ਕੋਲ ਇੱਕ ਲੀਡ ਸੀ, ਕਿਉਂਕਿ ਬਾਊ ਦੀ ਪੁੱਛਗਿੱਛ ਤੋਂ 5 ਦਿਨ ਦਾ ਰਿਮਾਂਡ ਚੱਲ ਰਿਹਾ ਉਹਦਾ, ਤੇ ਮਾਨਸਾ ਤੋਂ ਵੀ ਜਿਹੜੇ ਮੰਨਾ ਨੂੰ ਵੀ ਲੈ ਕੇ ਆਏ ਨੇ ਪ੍ਰੋਡਕਸ਼ਨ ਵਾਰੰਟ ਤੇ ਇੱਕ ਬਠਿੰਡਾ ਤੋਂ ਲੈ ਕੇ ਆਏ ਨੇ ਸ਼ਰਦ ਨੂੰ। ਤੇ ਬਾਊ ਕਿਉਂਕਿ ਇਹ ਬਹੁਤ ਵੱਡੀ ਲੀਡ ਹੈ, ਬਾਊ ਦੀ ਲੌਜਿਸਟਿਕ ਜਿਹੜੀ ਚੀਜ਼ਾਂ ਪ੍ਰੋਵਾਈਡ ਕਰਾਈ ਗਈ ਹੈ, ਕਿਉਂਕਿ ਬਾਊ ਨੂੰ ਕਈ ਚੀਜ਼ਾਂ ਪਤਾ ਹੈ ਕਿ ਕਿਹੜੇ ਹਮਲਾਵਰ ਆਏ ਸੀ, ਕਿੱਥੇ ਉਹਨਾਂ ਨੇ ਸਟੇ ਕੀਤਾ, ਕਿਹੜੀ ਗੱਡੀ। ਹਾਲਾਂਕਿ 2 ਗੱਡੀਆਂ ਦਾ ਇਹਦਾ ਜ਼ਿਕਰ ਹੋ ਰਿਹਾ ਹੈ, ਇੱਕ ਕਰੋਲਾ ਦਾ, ਇੱਕ ਬਲੈਰੋ ਦਾ। ਬਲੈਰੋ ਫਤਿਹਬਾਦ ਤੋਂ ਆਈ ਹੈ, ਕਰੋਲਾ ਜਿਹੜੀ ਹੈ ਮੰਨੇ ਦੀ ਸੀਗੀ ਜਿਹੜੇ ਭਾਊ ਨੇ ਹਮਲਾਵਰਾਂ ਨੂੰ ਦਿੱਤੀ। ਤੇ ਬਾਊ ਇੱਕ ਇਸ ਤਰ੍ਹਾਂ ਦੀ ਲੀਡ ਹੈ ਪੁਲਿਸ ਕੋਲ ਕਿ ਜਿਹੜੀ ਸਾਰੀ ਚੀਜ਼ਾਂ ਜਾਣਦਾ ਹੈ ਕਿ ਹਮਲਾਵਰ ਸ਼ੂਟਰ ਜਿਹੜੇ ਹੈ ਉਹ ਕੌਣ ਸੀ, ਕਿੰਨੇ ਲੋਕ ਸੀ, ਕਿੱਥੋਂ ਆਏ, ਕਿੱਧਰ ਗਏ, ਕਿੰਨੇ ਦਿਨ ਰਹੇ, ਕਿੰਨੇ ਦਿਨ ਰਹਿ ਕੇ ਕੀਤੀ, ਕਿੱਥੇ, ਇੱਕ ਸਾਰੀ ਚੀਜ਼ਾਂ ਮੁਹੱਈਆ ਕਰਾਉਣ ਵਾਸਤੇ ਇੱਕ ਬਾਊ ਜਿਹੜਾ ਹੈਗਾ ਬਹੁਤ ਵੱਡੀ ਲੀਡ ਹੈ। ਤੇ ਬਾਊ ਦੀ ਪੁੱਛਗਿੱਛ ਤੋਂ ਕਈ ਲੋਕਾਂ ਨੂੰ ਹਜੇ ਤੱਕ ਡਿਟੇਨ ਕਰਨ ਤੋਂ ਬਾਅਦ ਪੁੱਛਗਿੱਛ ਕੀਤੀ ਜਾ ਰਹੀ ਹੈ। ਤੇ ਅੱਜ ਵੀ ਜਿਹੜੇ ਸੋਰਸਿਸ ਦੱਸ ਰਹੇ ਨੇ ਕਿ ਅੱਜ ਵੀ 3 ਨੌਜਵਾਨਾਂ ਨੂੰ ਡਿਟੇਨ ਕੀਤਾ ਗਿਆ ਜਿਹੜੇ ਮਾਨਸਾ ਦੇ ਰਹਿਣ ਵਾਲੇ ਨੇ, ਤੇ ਇਹ ਇਹਨਾਂ ਦੇ ਸ਼ੱਕ ਹੈ ਕਿ ਇਹਨਾਂ ਦਾ ਵੀ ਰੋਲ ਜਿਹੜਾ ਉਹ ਸਾਹਮਣੇ ਹੁਣ ਆਉਂਦਾ ਹੈ, ਨਹੀਂ ਆਉਂਦਾ ਹੁੰਦਾ, ਇਹ ਪੁਲਿਸ ਪੁੱਛਗਿੱਛ ਵਿੱਚ ਸਾਹਮਣੇ ਆਏਗੀ। ਲੇਕਿਨ ਪੁਲਿਸ ਨੂੰ ਇੱਕ ਲੀਡ ਸੀ, ਪੁੱਛਗਿੱਛ ਵਿੱਚ ਚੀਜ਼ਾਂ ਸਾਹਮਣੇ ਆਈ ਤੇ 3 ਨੌਜਵਾਨਾਂ ਨੂੰ ਸ਼ੱਕੀ ਜਿਹੜੇ ਨੌਜਵਾਨ ਨੇ ਡਿਟੇਨ ਕਰਕੇ ਪੁੱਛਗਿੱਛ ਜਿਹੜੀ ਕੀਤੀ ਜਾ ਰਹੀ ਹੈ। ਲੇਕਿਨ ਕਰੀਬ 1 ਹਫ਼ਤਾ ਹੋ ਚੱਲਿਆ ਪਰ ਅਜੇ ਤੱਕ ਹਮਲਾਵਰ ਦੀ ਕਿਸੇ ਵੀ ਗ੍ਰਿਫਤਾਰੀ ਨਹੀਂ ਹੋਈ ਹੈ।
ਹਾਲਾਂਕਿ ਫਤਿਹਬਾਦ ਦੀ ਜਿਹੜੀ ਅਸੀਂ ਗੱਲ ਕਰ ਰਹੇ ਸੀ, ਬਲੈਰੋ ਗੱਡੀ ਦੀ ਗੱਲ ਕਰ ਰਹੇ ਸੀ, ਜਿਹੜੇ ਸ਼ਾਰਪ ਸ਼ੂਟਰ ਦੀ ਅਸੀਂ ਗੱਲ ਕੀਤੀ, ਪਹਿਲਾਂ ਰਾਮਕਰਨ ਦੀ ਫੌਜੀ ਦੀ ਗੱਲ ਕਰੀ, ਉਹ ਪਹਿਲਾਂ ਰਾਮਕਰਨ ਦੇ ਗੈਂਗ ਨਾਲ ਸੰਬੰਧ ਸੀਗੇ, ਹੁਣ ਲਾਰੈਂਸ ਬਿਸ਼ਨੋਈ ਦੇ ਨਾਲ ਕੰਮ ਕਰਦੇ ਸੀ। ਸ਼ਾਰਪ ਸ਼ੂਟਰ ਹੈ ਜਿਹੜੀ ਹੁਣ ਤੱਕ ਦੀ ਇਨਫੋਰਮੇਸ਼ਨ ਪੁਲਿਸ ਕੋਲੋਂ ਮਿਲੀ ਹੈ, ਲਾਰੈਂਸ ਬਿਸ਼ਨੋਈ ਦੇ ਨਾਲ ਕੰਮ ਕਰਦੇ ਸੀਗੇ। ਤੇ ਹੁਣ ਕਰੋਲਾ ਦੀ ਅਸੀਂ ਗੱਲ ਕਰ ਲਈਏ, ਮੰਨੇ ਦੀ ਅਸੀਂ ਗੱਲ ਕਰ ਲਈਏ, ਜਿਹੜਾ ਗੈਂਗਸਟਰ ਹੈ ਉਹ ਵੀ ਲਾਰੈਂਸ ਬਿਸ਼ਨੋਈ ਦੇ ਨਾਲ ਜੁੜਿਆ ਹੋਇਆ ਹੈ। ਤੇ ਹਸੀਨ ਬਿਸ਼ਨੋਈ ਜੀ ਦਾ ਸਾਡੇ ਚੈਨਲ 'ਚ ਆ ਕੇ ਉਹਨੇ ਵੀ ਇੱਕ ਕਬੂਲਨਾਮਾ ਕੀਤਾ ਹੈ। ਤੇ ਇਹ ਸਾਰੀ ਗੇਮ ਜਿਹੜੀ ਹੈਗੀ, ਸਾਰੀ ਚੀਜ਼ਾਂ ਲਾਰੈਂਸ ਬਿਸ਼ਨੋਈ ਦੇ ਨੇੜੇ ਤੇੜੇ ਘੁੰਮ ਰਹੀ ਹੈ, ਉਹਨਾਂ ਦੀ ਗੈਂਗ ਦੇ ਨੇੜੇ ਤੇੜੇ ਘੁੰਮ ਰਹੀ ਹੈ ਕਿ ਜਿਹਨਾਂ ਕੋਲੋਂ ਇਹ ਪੁੱਛਗਿੱਛ ਹੋ ਰਹੀ ਹੈ, ਜਿਹੜੇ ਵੀ ਲੋਕ ਇਹਦੇ ਵਿੱਚ ਡਿਟੇਨ ਕੀਤੇ ਗਏ ਨੇ, ਜਿਹੜੇ ਵੀ ਗੈਂਗਸਟਰਾਂ ਤੋਂ ਪੁੱਛਗਿੱਛ ਹੋ ਰਹੀ ਹੈ ਪ੍ਰੋਡਕਸ਼ਨ ਵਾਰੰਟ ਤੇ ਲਾ ਕੇ, ਉਹ ਸਾਰੇ ਲਾਰੈਂਸ ਬਿਸ਼ਨੋਈ ਦੇ ਗੈਂਗ ਦੇ ਨਾਲ ਹੀ ਜੁੜਦੇ ਨਜ਼ਰ ਆ ਰਹੇ ਨੇ। ਤੇ ਹੁਣ ਪੁਲਿਸ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ, ਤੁਹਾਨੂੰ ਦੱਸਦੇ ਕਿ ਇੱਕ ਹੋਰ ਇਹਦੇ ਵਿੱਚ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਹੜੇ ਸਾਡੇ ਸੋਰਸਿਸ ਦੱਸ ਰਹੇ ਨੇ ਕਿ ਰਾਜਸਥਾਨ ਪੁਲਿਸ ਠੀਕ ਹੈ ਮਨੋਜ, ਤਾਂ ਲਗਾਤਾਰ ਪੁੱਛ ਪੜਤਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਤੇ ਸਵਾਲ ਇਹ ਹੈ ਕਿ ਕਦੋਂ ਕਾਤਲਾਂ ਦਾ ਪਤਾ ਲੱਗ ਸਕੇਗਾ, ਕਦੋਂ ਪਤਾ ਲੱਗ ਸਕੇਗਾ ਕਿ ਕਿਹੜੇ ਹਥਿਆਰਾਂ ਦਾ ਇਸਤੇਮਾਲ ਹੋਇਆ, ਕਦੋਂ ਪਤਾ ਲੱਗ ਸਕੇਗਾ ਕਿ ਕਿੰਨੇ ਲੋਕਾਂ ਦੇ ਵੱਲੋਂ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰੀਆਂ ਗਈਆਂ। ਖੈਰ ਪੁਲਿਸ ਨੂੰ ਲੀਡ ਤਾਂ ਜ਼ਰੂਰ ਮਿਲੀ ਹੈ ਮਨਪ੍ਰੀਤ ਭਾਊ ਨਾਮ ਦੇ ਸ਼ਖਸ ਦੀ ਵਜ੍ਹਾ ਦੇ ਨਾਲ, ਤੇ ਉਸ ਤੋਂ ਬਾਅਦ ਹੁਣ ਲਗਾਤਾਰ ਪੁਲਿਸ ਦੀ ਇਨਵੈਸਟੀਗੇਸ਼ਨ ਅੱਗੇ ਵਧ ਰਹੀ ਹੈ ਔਰ ਦੇਖਣਾ ਹੋਵੇਗਾ, ਕਿਉਂਕਿ ਲਗਾਤਾਰ ਸਰਕਾਰ ਦਾ ਵੀ ਬਿਆਨ ਸਾਹਮਣੇ ਆ ਰਿਹਾ ਕਿ ਜਲਦ ਇਸ ਪੂਰੇ ਮਾਮਲੇ 'ਚ ਐਕਸ਼ਨ ਹੋਏਗਾ ਔਰ ਜਲਦ ਜਿਹੜੇ ਸਲਾਖਾਂ ਦੇ ਪਿੱਛੇ ਮੁਲਜ਼ਮ ਹੋਣਗੇ। ਅੱਗੇ ਵਧਦੇ ਹਾਂ, ਇਸ ਸਮੇਂ ਦੀ ਇੱਕ ਹੋਰ ਵੱਡੀ ਖਬਰ ਆ, ਉਸ ਦਾ ਰੁਖ ਕਰਦੇ ਹਾਂ। ਦੀ ਦੂਜੀ ਵੱਡੀ ਖਬਰ ਇਹ ਹੈ ਕਿ ਕਤਲकांड ਦੀ ਕੇਂਦਰੀ ਜਾਂਚ ਦੀ ਮੰਗ ਕੀਤੀ ਗਈ ਹੈ ਪਰਿਵਾਰ ਦੇ ਵੱਲੋਂ। ਇਹ ਵੱਡੀ ਖਬਰ ਹੈ ਇਸ ਸਮੇਂ ਦੀ ਜੋ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ। ਕੇਂਦਰ ਨੂੰ ਗੁਹਾਰ ਲਗਾਈ ਹੈ, ਗ੍ਰਹਿ ਮੰਤਰੀ ਨੂੰ ਮਿਲਿਆ ਮੂਸੇਵਾਲਾ ਦਾ ਪਰਿਵਾਰ ਔਰ ਚੰਡੀਗੜ੍ਹ ਦੇ ਵਿੱਚ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਚੰਡੀਗੜ੍ਹ 에ਅਰਪੋਰਟ ਦੇ ਉੱਤੇ ਮੁਲਾਕਾਤ ਹੋਈ, ਆਪਣੇ ਬੇਟੇ ਦੇ ਲਈ ਸ਼ਾਹ ਤੋਂ ਇਨਸਾਫ ਮੰਗਿਆ ਹੈ, ਦੇਸ਼ ਦੇ ਗ੍ਰਹਿ ਮੰਤਰੀ ਤੋਂ ਇਨਸਾਫ ਮੰਗਿਆ। ਮੂਸੇਵਾਲਾ ਦੇ ਪਿਤਾ ਨੇ, ਮਾਤਾ ਨੇ, ਦੋਵਾਂ ਨੇ ਮੁਲਾਕਾਤ ਕੀਤੀ ਔਰ ਕਤਲकांड ਦੀ ਕੇਂਦਰੀ ਜਾਂਚ ਦੀ ਮੰਗ ਪਰਿਵਾਰ ਕਰ ਰਿਹਾ। ਅਮਿਤ ਸ਼ਾਹ ਨੇ ਮੂਸੇਵਾਲਾ ਦੇ ਪਰਿਵਾਰ ਨੂੰ ਭਰੋਸਾ ਦਿੱਤਾ ਹੈ। ਕੁਝ ਲਾਈਵ ਤਸਵੀਰਾਂ ਵੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿਉਂਕਿ ਪਹੁੰਚੇ ਹੋਏ ਸਨ ਅਮਿਤ ਸ਼ਾਹ। ਤਾਂ ਬੀਜੇਪੀ ਦਫ਼ਤਰ ਦੇ ਵਿੱਚੋਂ ਨਿਕਲਣ ਦੀਆਂ ਤਸਵੀਰਾਂ ਵੀ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ, ਤੁਹਾਨੂੰ ਦਿਖਾ ਰਹੇ ਹਾਂ। ਖੈਰ ਇੱਕ ਹੋਰ ਵੱਡੀ ਖਬਰ, ਜਿਹੜੀ ਦਿਨ ਦੀ ਵੱਡੀ ਖਬਰ ਆ, ਉਹ ਵੀ ਤੁਹਾਡੇ ਲਈ ਵੀ ਸਕਰੀਨ ਦੇ ਉੱਤੇ ਕਿ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਨੇ ਕਾਂਗਰਸ ਦੇ ਕਈ ਵੱਡੇ ਦਿੱਗਜ, ਜਿਨ੍ਹਾਂ ਦੇ ਵਿੱਚ ਨਾਮ ਹੈ ਰਾਜਕੁਮਾਰ ਵੇਰਕਾ ਦਾ, ਬਲਬੀਰ ਸਿੱਧੂ ਦਾ, ਗੁਰਪ੍ਰੀਤ ਕਾਂਗੜ ਦਾ, ਸੁੰਦਰ ਸ਼ਾਮ ਅਰੋੜਾ ਦਾ। ਇਹ ਉਹ ਸਾਰੇ ਨਾਮ ਨੇ ਜਿਹੜੇ ਸਾਬਕਾ ਮੰਤਰੀ ਰਹੇ ਨੇ, ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਨੇ। ਪਰ ਇਸ ਸਭ ਦੇ ਵਿਚਾਲੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਦਾ ਵੀ ਜ਼ਿਕਰ, ਉਹਨਾਂ ਨੇ ਮੁਲਾਕਾਤ ਕੀਤੀ ਦੇਸ਼ ਦੇ ਗ੍ਰਹਿ ਮੰਤਰੀ ਦੇ ਨਾਲ, 에ਅਰਪੋਰਟ ਦੇ ਉੱਤੇ ਮੁਲਾਕਾਤ ਹੋਈ ਤੇ ਇਸ ਮੁਲਾਕਾਤ ਦੇ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੱਲੋਂ ਗ੍ਰਹਿ ਮੰਤਰੀ ਦੇ ਸਾਹਮਣੇ ਇਸ ਪੂਰੇ ਮਾਮਲੇ ਦੇ ਵਿੱਚ ਇਨਸਾਫ ਦੀ ਮੰਗ ਕੀਤੀ ਗਈ, ਜਾਂਚ ਦੀ ਮੰਗ ਕੀਤੀ ਗਈ ਕਿ ਕੇਂਦਰੀ ਏਜੰਸੀਆਂ ਨੂੰ ਇਹ ਪੂਰਾ ਮਾਮਲਾ ਸੌਂਪਿਆ ਜਾਵੇ, ਜਾਂਚ ਕਰਵਾਈ ਜਾਵੇ। ਸਿੱਧੂ ਮੂਸੇਵਾਲਾ ਦਾ ਐਤਵਾਰ ਨੂੰ ਕਤਲ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਪਰਿਵਾਰ ਕਿਸ ਦੌਰ ਦੇ ਵਿੱਚੋਂ ਨਿਕਲ ਰਿਹਾ ਉਹ ਸਾਰਾ ਪੰਜਾਬ ਦੇਖ ਰਿਹਾ ਹੈ। ਜਦੋਂ ਅੰਤਿਮ ਸੰਸਕਾਰ ਵਾਲਾ ਦਿਨ ਸੀ, ਉਸ ਸਮੇਂ ਦੀਆਂ ਤਸਵੀਰਾਂ ਵੀ ਸਭ ਦੇ ਜ਼ਿਹਨ ਦੇ ਵਿੱਚ ਨੇ। ਗ੍ਰਹਿ ਮੰਤਰੀ ਨੂੰ ਪਰਿਵਾਰ ਮਿਲਿਆ ਏ, ਚੰਡੀਗੜ੍ਹ ਪਹੁੰਚਿਆ ਹੋਇਆ ਸੀ ਪਰਿਵਾਰ ਖਾਸ ਤੌਰ ਤੇ, ਔਰ ਇਸ ਮੁਲਾਕਾਤ ਦੇ ਦੌਰਾਨ ਇਨਸਾਫ ਦੀ ਮੰਗ ਕੀਤੀ ਗਈ। ਇਸ ਮੁਲਾਕਾਤ ਦੇ ਦੌਰਾਨ ਕੇਂਦਰੀ ਏਜੰਸੀਆਂ ਦਾ ਜ਼ਿਕਰ ਕੀਤਾ ਗਿਆ ਕਿ ਕੇਂਦਰੀ ਏਜੰਸੀਆਂ ਦੇ ਜ਼ਰੀਏ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰਵਾਈ ਜਾਵੇ। ਤਾਂ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਬਿਆਨ ਜੋ ਇਲੈਕਸ਼ਨ ਨੂੰ ਲੈ ਕੇ ਸੀ, ਇਸ ਮੁਲਾਕਾਤ ਤੋਂ ਬਾਅਦ ਹੀ ਸਾਹਮਣੇ ਆਇਆ ਸੀ, ਕਿਉਂਕਿ ਉਹਨਾਂ ਦੀ ਇਸ ਮੁਲਾਕਾਤ ਨੂੰ ਲੈ ਕੇ ਵੀ ਇਹ ਕਿਆਸ ਲੱਗ ਰਹੇ ਸੀ ਕਿ ਸਾਂਝੇ ਉਮੀਦਵਾਰ ਦੇ ਤੌਰ ਦੇ ਉੱਤੇ ਸਿਆਸੀ ਪਾਰਟੀਆਂ ਦੇ ਵੱਲੋਂ ਉਹਨਾਂ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ। ਪਰ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਹਿ ਦਿੱਤਾ ਕਿ ਇਲੈਕਸ਼ਨ ਲੜਨ ਦਾ ਉਹਨਾਂ ਦਾ ਬਿਲਕੁਲ ਮਨ ਨਹੀਂ ਹੈ, ਉਹਨਾਂ ਦੇ ਬੇਟੇ ਦਾ ਤਾਂ ਅਜੇ ਸਿਵਾ ਠੰਡਾ ਨਹੀਂ ਹੋਇਆ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਦਿਨ ਦੀ ਸਭ ਤੋਂ ਵੱਡੀ ਖਬਰ ਹੈ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ। ਵੱਡੀ ਖਬਰ ਇਹ ਹੈ ਕਿ ਇੱਕ ਵੱਡੀ ਸਨਮਾਰੀ ਕੀਤੀ ਹੈ ਬੀਜੇਪੀ ਨੇ ਕਾਂਗਰਸ ਦੇ ਅੰਦਰ। ਕਈ ਸੀਨੀਅਰ ਲੀਡਰ ਕਾਂਗਰਸ ਦੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ। ਕਾਂਗਰਸ ਦੇ 4 ਸਾਬਕਾ ਮੰਤਰੀ ਜੋ ਕਾਂਗਰਸ ਦੀ ਸਰਕਾਰ ਦੇ ਸਮੇਂ, ਕੈਪਟਨ ਸਰਕਾਰ ਦੇ ਸਮੇਂ 4 ਵੱਡੇ ਮੰਤਰੀ, ਉਹਨਾਂ ਦੇ ਵਿੱਚੋਂ ਇੱਕ ਚਿਹਰਾ ਉਹ ਹੈ ਜੋ ਚੰਨੀ ਸਰਕਾਰ ਦੇ ਸਮੇਂ ਮੰਤਰੀ ਰਿਹਾ, ਉਹ ਸ਼ਾਮਿਲ ਹੋ ਗਏ ਨੇ ਬੀਜੇਪੀ ਦੇ ਵਿੱਚ। ਇੱਕ ਇੱਕ ਕਰਕੇ ਨਾਮ ਲਵਾਂਗਾ, ਤਸਵੀਰਾਂ ਵੀ ਤੁਹਾਡੇ ਸਾਹਮਣੇ ਆਉਣਗੀਆਂ ਸਕਰੀਨ ਦੇ ਉੱਤੇ। ਜੋ ਕੈਪਟਨ ਦੇ ਕਰੀਬੀ ਰਹੇ, ਜੋ ਕੈਪਟਨ ਦੇ ਨਾਲ ਰਹੇ, ਜਦੋਂ ਕੈਪਟਨ ਨੂੰ ਕੁਰਸੀ ਤੋਂ ਉਤਾਰਿਆ ਗਿਆ ਤਾਂ ਉਸ ਤੋਂ ਬਾਅਦ ਉਹਨਾਂ ਦੀ ਕੁਰਸੀ ਵੀ ਚਲੀ ਗਈ। ਉਹਨਾਂ ਦੇ ਵਿੱਚ ਨਾਮ ਹੈ ਸਭ ਤੋਂ ਵੱਡਾ ਬਲਬੀਰ ਸਿੱਧੂ। ਬਲਬੀਰ ਸਿੱਧੂ ਨਾ ਸਿਰਫ ਖੁਦ ਸ਼ਾਮਲ ਹੋਏ ਨੇ ਬਲਕਿ ਉਹਨਾਂ ਦਾ ਭਰਾ ਔਰ ਮੋਹਾਲੀ ਦੇ ਮੇਅਰ ਵੀ ਜੀਤੀ ਸਿੱਧੂ, ਉਹ ਵੀ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ। ਉਸ ਤੋਂ ਬਾਅਦ ਦੂਜਾ ਨਾਮ ਹੈ ਕੈਪਟਨ ਦੇ ਕਰੀਬੀ ਸੁੰਦਰ ਸ਼ਾਮ ਅਰੋੜਾ ਦਾ। ਹੁਸ਼ਿਆਰਪੁਰ ਤੋਂ ਚੋਣ ਲੜ ਕੇ ਜਿੱਤੇ ਸੀ 2017 ਦੇ ਵਿੱਚ, ਇੰਡਸਟਰੀ ਮੰਤਰੀ ਦਾ ਅਹੁਦਾ ਸੰਭਾਲਿਆ ਸੀ
ਪਰ ਜਦੋਂ ਕੈਪਟਨ ਦੀ ਕੁਰਸੀ ਗਈ ਤਾਂ ਨਾਲ-ਨਾਲ ਕੁਰਸੀ ਸੁੰਦਰ ਸ਼ਾਮ ਅਰੋੜਾ ਦੀ ਵੀ ਚਲੀ ਗਈ। ਤੀਜਾ, ਭਾਰਤੀ ਜਨਤਾ ਪਾਰਟੀ ਦੇ ਕਾਰਕੁਨਾਂ ਨੂੰ ਉਹਨਾਂ ਨੇ ਸੰਦੇਸ਼ ਦਿੱਤਾ ਹੈ ਔਰ ਅਮਿਤ ਸ਼ਾਹ ਜੀ ਨੇ ਭਾਰਤੀ ਜਨਤਾ ਪਾਰਟੀ ਦੇ ਇੱਕ ਕਾਰਜਕਰਤਾ ਨੂੰ ਚਾਰਜ ਕੀਤਾ ਹੈ ਔਰ ਉਹਨਾਂ ਨੇ ਸੰਦੇਸ਼ ਦਿੱਤਾ ਹੈ ਕਿ ਪੂਰੀ ਤਾਕਤ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਪੰਜਾਬੀਅਤ, ਪੰਜਾਬ ਔਰ ਪੰਜਾਬੀ ਭਾਈਚਾਰੇ ਵਾਸਤੇ ਅੱਗੇ ਵੱਧ ਕੇ ਲੜਨਗੇ ਔਰ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਹੁਣ ਗਠਬੰਧਨ ਹੈ ਇਹ ਹੁਣ ਹਮੇਸ਼ਾ ਹੀ ਵੱਡੇ ਭਰਾ ਦੀ ਭੂਮਿਕਾ 'ਚ ਰਹੇਗਾ ਔਰ ਇਹੋ ਹੀ ਗਠਬੰਧਨ ਅੱਗੇ ਵੱਧ ਕੇ ਪੰਜਾਬ ਦੇ ਅੰਦਰ 2024 और 2027 ਦਾ ਚੁਣਾਵ ਲੜੇਗਾ। आज आधे से ज्यादा कांग्रेस आपने अपनी पार्टी में शामिल कर ली, किस तरह से देखते? ऐसा कि ਜਦੋਂ ਦੀ ਰਾਜਸਥਾਨ 'ਚ ਚਿੰਤਨ ਬੈਠਕ ਹੋਈ ਹੈ ਉਸ ਦਿਨ ਤੋਂ ਕਾਂਗਰਸ ਦੀ ਇੱਕ ਗੱਲ ਸਪਸ਼ਟ ਹੋ ਗਈ ਹੈ ਕਿ ਪੂਰੀ ਦੀ ਪੂਰੀ ਕਾਂਗਰਸ ਦੀ ਚਿੰਤਾ ਹੋਈ ਹੈ ਕਿ ਕਿਸ ਤਰ੍ਹਾਂ डिज्नी प्रिंस राहुल गांधी एंड गांधी परिवार ਨੂੰ ਸਟੈਬਲਿਸ਼ ਕੀਤਾ ਜਾ ਸਕੇ, ਲੇਕਿਨ ਉਹ ਫੇਲਿਅਰ ਹੈ, ਪੂਰੀ ਤਰ੍ਹਾਂ ਫੇਲਿਅਰ ਹੈਗੀ ਹੈ ਔਰ ਕਿਸੇ ਵੀ ਸੂਰਤ ਦੇ ਅੰਦਰ ਉਹ ਹੁਣ ਸਟੈਬਲਿਸ਼ ਨਹੀਂ ਹੋ ਸਕਦੇ ਔਰ ਉਹਨਾਂ ਨੂੰ ਸਟੈਬਲਿਸ਼ ਕਰਨ ਵਾਸਤੇ ਪਰਿਕਰਮਾ ਕਰਨ ਵਾਲਿਆਂ ਦੀ ਕਾਂਗਰਸ ਨੂੰ ਲੋੜ ਹੈ। ਇਸ ਪਿੱਛੇ ਪਰਾਕਰਮ ਵਾਲੇ ਲੋਕ ਜਿਹੜੀ ਵੀ ਪੋਲੀਟੀਕਲ ਪਾਰਟੀ ਜਿਹਨੂੰ ਭਾਰਤੀ ਜਨਤਾ ਪਾर्टी चाह रहे हैं, ਅਸੀਂ ਉਹਨਾਂ ਦਾ ਸਵਾਗਤ ਕਰ ਰਹੇ ਹਾਂ और भारतीय जनता पार्टी एक बड़ी पार्टी बन के सामने खड़ी है। आप लोग लगातार कहते हैं कि कांग्रेस मुक्त भारत होगा, कि उस तरफ आगे बढ़ रहे हैं? हमारा मुक्ति का मतलब व्यक्ति से नहीं है, हमारा मुक्ति का मतलब आइडियोलॉजी से है, जो आइडियोलॉजी देश को तोड़ना चाहती है, जो देश को बांटना चाहती है। ਤਾਂ ਬੀਜੇਪੀ ਦੇ ਆਗੂਆਂ ਦੇ ਵੱਲੋਂ ਇਸ ਸਮੇਂ ਕਾਂਗਰਸ ਦੇ ਉੱਤੇ ਨਿਸ਼ਾਨੇ ਸਾਧੇ ਜਾ ਰਹੇ ਨੇ। ਬੀਜੇਪੀ ਆਪਣਾ ਕੁਨਬਾ ਮਜ਼ਬੂਤ ਕਰਨ ਦੇ ਵਿੱਚ ਲੱਗੀ ਹੋਈ ਹੈ। ਇਸ ਸਭ ਦੇ ਵਿਚਾਲੇ ਜੋ ਮੈਂ ਨਾਵਾਂ ਦਾ ਜ਼ਿਕਰ ਕਰ ਰਿਹਾ ਸੀ ਕਿ ਕਿਹੜੇ ਨਾਮ ਨੇ ਜਿਹੜੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ, ਉਹਨਾਂ ਦੇ ਵਿੱਚ ਬਲਬੀਰ ਸਿੱਧੂ ਦਾ ਜ਼ਿਕਰ ਹੋਇਆ, ਉਹਨਾਂ ਦੇ ਵਿੱਚ ਸੁੰਦਰ ਸ਼ਾਮ ਅਰੋੜਾ ਦਾ ਜ਼ਿਕਰ ਹੋਇਆ, ਉਹਨਾਂ ਦੇ ਵਿੱਚ ਜਿੱਤੀ ਸਿੱਧੂ ਮੇਅਰ ਨੇ ਮੋਹਾਲੀ ਦੇ, ਉਹਨਾਂ ਦਾ ਜ਼ਿਕਰ ਹੋਇਆ। ਉਸ ਤੋਂ ਬਾਅਦ ਜ਼ਿਕਰ ਰਾਜਕੁਮਾਰ ਵਿਰਕਾ ਦਾ, ਵੱਡਾ ਦਲਿਤ ਚਿਹਰਾ ਹੈ, ਮਾਝੇ ਦੇ ਵੱਡੇ ਲੀਡਰ ਨੇ ਰਾਜਕੁਮਾਰ ਵਿਰਕਾ, ਸਾਬਕਾ ਮੰਤਰੀ ਨੇ, ਚੰਨੀ ਸਰਕਾਰ ਦੇ ਵਿੱਚ ਮੰਤਰੀ ਰਹੇ। ਹਾਲਾਂਕਿ ਕੈਪਟਨ ਦੇ ਰਾਜ ਦੇ ਵਿੱਚ ਵੀ ਉਹਨਾਂ ਦੇ ਕੋਲ ਕੈਬਨਿਟ ਰੈਂਕ ਤਾਂ ਜ਼ਰੂਰ ਸੀ, ਮੰਤਰੀ ਬਣਨ ਦਾ ਮੌਕਾ ਉਹਨਾਂ ਨੂੰ ਮਿਲਿਆ ਚੰਨੀ ਸਰਕਾਰ ਦੇ ਸਮੇਂ। ਹਾਲਾਂਕਿ ਇਲੈਕਸ਼ਨ ਹਾਰ ਗਏ ਪਰ ਹੁਣ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ। ਉਸ ਤੋਂ ਬਾਅਦ ਚੌਥਾ ਵੱਡਾ ਚਿਹਰਾ ਹੈ ਗੁਰਪ੍ਰੀਤ ਕਾਂਗੜ ਦਾ। ਗੁਰਪ੍ਰੀਤ ਕਾਂਗੜ ਵੀ ਕੈਪਟਨ ਦੇ ਕਰੀਬੀ ਕਹੇ ਜਾਂਦੇ ਨੇ ਔਰ ਹੁਣ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ। ਗੁਰਪ੍ਰੀਤ ਕਾਂਗੜ ਤੁਹਾਨੂੰ ਦੱਸ ਦਈਏ ਕਿ ਮੰਤਰੀ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੇ ਦੌਰਾਨ, ਬਿਜਲੀ ਮੰਤਰਾਲਾ ਵੀ ਉਹਨਾਂ ਨੇ ਸੰਭਾਲਿਆ ਸੀ। ਤੇ ਚਾਰ ਵੱਡੇ ਚਿਹਰੇ ਜੋ ਪਿਛਲੇ 5 ਸਾਲ ਤੋਂ ਪਾਰਟੀ ਦੇ ਵਰਕਰਾਂ ਤੱਕ ਬਤੌਰ ਮੰਤਰੀ ਪਹੁੰਚ ਕਰ ਰਹੇ ਸੀ, ਕਰੀਬ 5 ਸਾਲ ਉਹਨਾਂ ਨੇ ਪਹੁੰਚ ਕੀਤੀ ਤੇ ਹੁਣ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ। ਪਰ ਇੱਕ ਹੋਰ ਬਹੁਤ ਵੱਡਾ ਚਿਹਰਾ ਜੋ ਪਹਿਲਾਂ ਹੀ ਬੀਜੇਪੀ ਵਿੱਚ ਸ਼ਾਮਲ ਹੋ ਗਿਆ ਸੀ, ਅਮਿਤ ਸ਼ਾਹ ਦੇ ਨਾਲ ਖੜਾ ਹੋਇਆ ਨਜ਼ਰ ਆ ਰਿਹਾ ਹੋਏਗਾ ਤੁਹਾਨੂੰ, ਸੁਨੀਲ ਜਾਖੜ ਦਾ ਅਸੀਂ ਜ਼ਿਕਰ ਕਰ ਰਹੇ ਹਾਂ। ਅਮਿਤ ਸ਼ਾਹ ਦੇ ਨਾਲ ਵੀ ਮੁਲਾਕਾਤ ਕੀਤੀ ਕਿਉਂਕਿ ਜਦੋਂ ਪਾਰਟੀ ਦੇ ਵਿੱਚ ਵੈਲਕਮ ਕਰਨ ਦਾ ਮੌਕਾ ਸੀ ਤਾਂ ਉਸ ਸਮੇਂ ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਉੱਥੇ ਗਜੇਂਦਰ ਸ਼ੇਖਾਵਤ ਵੀ ਉੱਥੇ ਮੌਜੂਦ ਸੀ, ਜਿਨ੍ਹਾਂ ਦੇ ਵੱਲੋਂ ਪਾਰਟੀ ਦੇ ਵਿੱਚ ਵੈਲਕਮ ਕੀਤਾ ਗਿਆ। ਤੇ ਉਸ ਤੋਂ ਬਾਅਦ ਅਮਿਤ ਸ਼ਾਹ ਵੀ ਉੱਥੇ ਪਹੁੰਚੇ ਹੋਏ ਸਨ ਤੇ ਇਹਨਾਂ ਲੀਡਰਾਂ ਦੇ ਨਾਲ ਅਮਿਤ ਸ਼ਾਹ ਹੋਰਾਂ ਨੇ ਵੀ ਮੁਲਾਕਾਤ ਕੀਤੀ, ਪਾਰਟੀ ਦੇ ਵਿੱਚ ਜੀ ਆਇਆਂ ਨੂੰ ਕਿਹਾ ਹੈ। ਸਰੂਪਚੰਦ ਸਿੰਗਲਾ ਅਕਾਲੀ ਦਲ ਦਾ ਇੱਕ ਵੱਡਾ ਨਾਮ ਰਿਹਾ ਹੈ, ਇਲੈਕਸ਼ਨ ਇਸ ਵਾਰ ਨਹੀਂ ਜਿੱਤ ਸਕੇ। ਸਰੂਪਚੰਦ ਸਿੰਗਲਾ ਵੀ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ। ਅਕਾਲੀ ਦਲ ਤੋਂ ਆਵਾਂਗੇ, ਇਹਨਾਂ ਗੱਲਾਂ ਦੇ ਉੱਤੇ ਸਾਰੀ ਚਰਚਾ ਹੋਈ ਹੈ। आज बहुत से कांग्रेस के नेता बीजेपी के अंदर शामिल हुए हैं, क्या बीजेपी में कांग्रेसीकरण हो रहा है? ਐਸਾ ਹੈ ਜਿਹੜੇ ਲੋਕ ਪੰਜਾਬ ਦੇ ਵਿਕਾਸ ਦੇ ਨਾਲ, ਪੰਜਾਬ ਦੇ ਅਮਨ ਔਰ ਸ਼ਾਂਤੀ ਦੇ ਲਈ ਉਹ ਭਾਰਤੀ ਜਨਤਾ ਪਾਰਟੀ ਨੂੰ ਹੀ ਹੁਣ ਵਿਕਲਪ ਸਮਝਦੇ ਨੇ, ऐसे सब लोगों का स्वागत और आ रहे हैं। आने वाले दिनों के अंदर और लोग शामिल होंगे। मैं कहता हूं कि जो पंजाब में अमन, शांति, भाईचारा और विकास के हामी हैं और इन्हां रिवायती पार्टियां तो दुखी हो चुके ने। अज पंजाबी नूं भी लगता है कि अगर पंजाब के अंदर कानून का राज कोई लिया सकता है और ये जिहड़ी सरकार दिल्लीों चलती है ਇਹਦਾ ਮੁਕਾਬਲਾ ਕੋਈ कर सकता है, भारतीय जनता पार्टी कर सकती है। इस करके सब ऐसे लोगों का स्वागत है। संगरूर उपचुनाव के लिए कब नाम का ऐलान? जल्दी। ने जिस तरीके से देश का नेतृत्व करते करते कमजोर किया है, कांग्रेस पार्टी के नेतृत्व में कांग्रेस नहीं बल्कि पूरा देश ही कमजोर हो गया है। आज जरूरत इस बात की है कि देश की एकता अखंडता को बरकरार रखना है। देश को कौन नेतृत्व दे सकता है, कौन लीडर देश को इकट्ठे रख सकता है, कौन हमें लॉ एंड ऑर्डर की सिचुएशन से बाहर निकाल सकता है, जहां इन गुंडा तंत्र से हमें बचा सकता है, तो वो एक ही नाम नजर आता है, वो है अमित शाह जी और नरेंद्र भाई मोदी जी का। हमने इसलिए फैसला किया है कि क्यों ना मजबूत इंसान के साथ खड़ा हो जाए जिससे पंजाब कि लोग जड़े हैं अपने आप को सुरक्षित महसूस करें। लेकिन कहीं ना कहीं दुख हो रहा है क्योंकि इतनी लंबी पार्टी, इतने समय रहे हैं आप, इतना लंबा समय और मंत्री तक आपको बनाया, तो उसके बावजूद छोड़ना पड़ा।
देखिए, मैंने आपको ये कहा है कि उसका कारण ये है, मैंने आपको कहा कि हम पंजाब के बरूद के ढेर पे हैं, पंजाब की लॉ एंड ऑर्डर की समस्या, पंजाब को कमजोर नेतृत्व पंजाब को कमजोर करता है और आज स्ट्रॉन्ग नेतृत्व की जरूरत है। और हम क्यों ना स्ट्रॉन्ग नेतृत्व का साथ दें ताकि पंजाब को बचाया जा सके। मैं जब 30-32 साल का था उस टाइम से लेकर लगातार मैं कांग्रेस पार्टी में काम 60 साल का हो चुका हूँ और बड़ा खून पसीने से कांग्रेस पार्टी के लिए काम किया। लेकिन कांग्रेस पार्टी में वर्कर की पहचान कम है, वर्क की बहुत ज़्यादा कम पहचान है। और मोदी जी का और अमित शाह जी का जो हमने काम करने का तरीका देखा है या पार्टी का देखा है कि इसमें वर्कर को बहुत अहमियत दी जाती है और वर्क को तरजीह दी जाती है। उस चीज़ को देखते हुए हमने देखा कि आज के समय के मुताबिक जो ज़रूरत है देश को एक अच्छी पार्टी की, अच्छी नेतृत्व की, वो जो बीजेपी पार्टी दे सकती है। इसलिए हमने आज पार्टी ज्वाइन की है। और जो पंजाब में गैंगवार चल रहा है या पंजाब में जो ऐसे बड़े हादसे हो रहे हैं उसको पंजाब सरकार रोकने में को नाकाम साबित हुई है। लेकिन सेंट्रल गवर्नमेंट ਤਾਂ ਜਿਹੜੀ ਸ਼ਮੂਲੀਅਤ ਹੋਈ ਹੈ ਇਸ ਨੂੰ ਕਾਂਗਰਸ ਦੇ ਲਈ ਤਾਂ ਇੱਕ ਵੱਡਾ ਝਟਕਾ ਜ਼ਰੂਰ ਕਿਹਾ ਜਾ ਰਿਹਾ ਹੈ, ਪਰ ਕਾਂਗਰਸ ਦੇ ਲਈ ਅੱਗੇ ਦੀ ਰਾਹ ਔਖੀ ਇਸ ਕਰਕੇ ਵੀ ਨਜ਼ਰ ਆਉਂਦੀ ਹੈ ਕਿਉਂਕਿ ਕਾਂਗਰਸ ਦੇ ਵੱਡੇ ਚਿਹਰੇ ਤੇ ਵੱਡੇ ਚਿਹਰਿਆਂ ਦੇ ਵਿੱਚੋਂ ਇੱਕ ਚਿਹਰਾ ਹੈ ਸੁਨੀਲ ਜਾਖੜ ਜੋ ਬੀਜੇਪੀ ਦੇ ਵਿੱਚ ਚਲਾ ਗਿਆ। ਤਾਂ ਚੁਣੌਤੀਆਂ ਦੀ ਭਰਮਾਰ ਹੈ ਉਹ ਇਸ ਕਰਕੇ ਵੀ ਹੈ ਕਿਉਂਕਿ ਹਾਕਮ ਧਿਰ ਤੋਂ ਵਿਰੋਧੀ ਧਿਰ ਪੰਜਾਬ ਦੇ ਲੋਕ ਬਣਾ ਚੁੱਕੇ ਨੇ। 77 ਸੀਟਾਂ ਵਾਲੀ ਕਾਂਗਰਸ ਨੂੰ 18 ਸੀਟਾਂ ਦੇ ਉੱਤੇ ਪਹੁੰਚਾ ਚੁੱਕੇ ਨੇ ਤੇ ਹੁਣ ਕੁਝ ਲੀਡਰ ਜਾਂ ਕਹੀਏ ਕਿ ਕਈ ਵੱਡੇ ਲੀਡਰ ਛੱਡ ਕੇ ਜਾ ਚੁੱਕੇ ਨੇ। ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ, ਵਾਪਸ ਆਵਾਂਗੇ ਕੁਝ ਹੋਰ ਖਬਰਾਂ ਦੇ ਨਾਲ।